हाँ जी दीप गगन जी सत श्री अकाल। अक्षदीप सिंह जी गुड इवनिंग। आज नेटवर्क प्रॉब्लम हो रही है मुझे लग रहा है ना। फटाफट सारे जने लाइव आ जाओ भी। फटाफट सारे जने लाइव आ जाओ भी फटाफट। आज मेनू लगता है गाइस कोई नेटवर्क इशू है मेनू लगता है क्योंकि वीडियो ना रुक रुक के चल रही है। बाकी मेरे इथों तो बिल्कुल नेटवर्क सही है। हो सकता है कोई पिछों ही दिक्कत आ रही होवे। चलो फटाफट सारे जने लाइव आ जाओ भी फटाफट। ਅੱਜ ਆਪਾਂ ਬਲੱਡ ਰਿਲੇਸ਼ਨ ਦਾ ਪਾਰਟ ਨੰਬਰ 3 ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਣਾ ਸਟੈਪ ਨੰਬਰ 2 ਹੋਏਗਾ। ਫਰਸਟ ਸਟੈਪ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ ਹੈ। ਫਟਾਫਟ ਵੀ ਸਾਰੇ ਜਣ ਲਾਈਵ ਆ ਜਾਓ ਵੀ 8:30 ਵੱਜ ਚੁੱਕੇ ਨੇ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਸਟੈਪ ਨੰਬਰ 2। ਸਟੈਪ ਨੰਬਰ 2 ਤੇ ਜਾਣ ਤੋਂ ਪਹਿਲਾਂ ਆਪਾਂ ਸਟੈਪ ਨੰਬਰ ਜਿਹੜਾ ਫਸਟ ਕੀਤਾ ਸੀਗਾ ਉਹਦੇ ਵਿੱਚ ਆਪਾਂ ਅਲਫਾਬੈਟ ਤੇ ਡਿਪੈਂਡ ਸਾਰੇ ਕੁਐਸਚਨ ਕੀਤੇ ਸੀ। ਕਿਹੜੇ ਤੇ ਡਿਪੈਂਡ ਕੀਤੇ ਸੀ? ਅਲਫਾਬੈਟ ਤੇ ਡਿਪੈਂਡ ਯਾਨੀ ਜਿਹਦੇ ਵਿੱਚ ਆਪਾਂ ਡਾਇਗਰਾਮ ਬਣਾਉਣਾ ਸਿੱਖਿਆ ਸੀ। ਕੀ ਬਣਾਉਣਾ ਸਿੱਖਿਆ ਸੀਗਾ? ਡਾਇਗਰਾਮ ਬਣਾਉਣਾ ਸਿੱਖਿਆ ਸੀਗਾ ਆਪਾਂ। ਤੇ ਅੱਜ ਵੀ ਆਪਾਂ ਡਾਇਗਰਾਮ ਬਣਾਉਣਾ ਹੀ ਸਿੱਖਾਂਗੇ ਲੇਕਿਨ ਕੁਝ ਕਨਸੈਪਟ ਬੇਸ। ਹਜੇ ਤੱਕ ਤਾਂ ਸਿੱਧਾ ਹੀ ਦੇ ਰੱਖਿਆ ਸੀਗਾ ਪੀ ਐਮ ਦੀ ਧੀ ਹੈ, ਏ ਬੀ ਦਾ ਪਿਤਾ ਹੈ ਹਨਾ, ਏ ਬੀ ਦੀ ਭੈਣ ਹੈ। ਹੁਣ ਆਪਾਂ ਨੂੰ ਅਲਫਾਬੈਟ ਦੀ ਥਾਂ ਤੇ ਹੁਣ ਆਪਾਂ ਨੂੰ ਕੀ ਦਿੱਤਾ ਬਣਿਆ ਹੋਏਗਾ? ਹੁਣ ਆਪਾਂ ਨੂੰ ਦਿੱਤੇ ਹੋਣਗੇ ਸਿੰਬਲ। ਕੀ ਦਿੱਤੇ ਹੋਣਗੇ? ਸਿੰਬਲ। ਉਸ ਸਿੰਬਲ ਤੇ ਡਿਪੈਂਡ ਆਪਣੇ ਕੋਲੋਂ ਕੀ ਪੁੱਛੇਗਾ? ਕੁਐਸਚਨ ਪੁੱਛੇਗਾ। ਤੇ ਸਭ ਤੋਂ ਪਹਿਲਾਂ ਸਾਰੇ ਜਣਿਆਂ ਨੇ ਧਿਆਨ ਨਾਲ ਦੇਖਣਾ ਹੈ ਕੁਐਸਚਨ ਕਿ ਕੁਐਸਚਨ ਕਿਹੋ ਜਿਹਾ ਪੁੱਛੇਗਾ। ਇਹ ਵੀ ਗੱਲ ਧਿਆਨ ਰੱਖਣਾ। ਜਿਵੇਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੁਐਸਚਨ ਕੁਝ ਇਸ ਤਰੀਕੇ ਦਾ ਪੁੱਛੇਗਾ ਐਵੇਂ a plus b। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਕੌਰ। a plus b ਦਾ ਮਤਲਬ ਹੈ a b ਦੀ ਬੇਟੀ ਹੈ। a b ਦੀ ਬੇਟੀ ਯਾਨੀ ਧੀ ਹੈ। ਨੈਕਸਟ ਕੁਐਸਚਨ ਇਹਦੇ ਵਿੱਚ ਹੀ a into b। ਇਹਨੂੰ ਕਹਤਾ ਕਿ a b ਦਾ ਮੁੰਡਾ ਹੈ ਯਾਨੀ ਪੁੱਤਰ। ਕੀ ਹੈ? ਪੁੱਤਰ ਹੈ। ਫਿਰ a minus b ਇਹਦਾ ਮਤਲਬ ਕਹਿਤਾ ਉਹਨੇ ਕਿ a b ਦੀ ਪਤਨੀ ਹੈ। a b ਦੀ ਪਤਨੀ ਹੈ ਇਹ ਗੱਲ ਕਹਿਤੀ। ਇਹ ਆਪਾਂ ਨੂੰ ਪੇਪਰ ਦੇ ਵਿੱਚ ਦਿੱਤੀ ਹੋਏਗੀ ਲਾਈਨ, ਆਹ ਵਾਲੀ ਲਾਈਨ ਦਿੱਤੀ ਹੋਏਗੀ, ਇਹਨੂੰ ਡਾਇਰੈਕਸ਼ਨ ਕਿਹਾ ਜਾਂਦਾ ਹੈ। ਇਹ ਆਪਾਂ ਨੂੰ ਦਿੱਤੀ ਹੋਏਗੀ। ਇਜ਼ ਦੈਟ ਕਲੀਅਰ? ਵੀ a plus b ਦਾ ਮਤਲਬ ਹੈ a b ਦੀ ਧੀ ਹੈ, a into b ਦਾ ਮਤਲਬ ਹੈ a b ਦਾ ਪੁੱਤਰ ਹੈ ਔਰ a minus b ਦਾ ਮਤਲਬ ਹੈ a b ਦੀ ਪਤਨੀ ਹੈ। ਇਹ ਆਪਾਂ ਨੂੰ ਦੇ ਦਿੱਤਾ। ਹੁਣ ਆਪਾਂ ਨੂੰ ਉਹਨੇ ਕੁਐਸਚਨ ਪੁੱਛਿਆ ਪਹਿਲਾ। क्वेश्चन नंबर पहला। क्वेश्चन नंबर पहला की पूछा कि यदि या जेकर P इंटू क्यू माइनस एस है ता
ਇਹਨਾਂ ਵਿੱਚੋਂ ਕਿਹੜਾ ਸਹੀ ਹੈ। ਤਾਂ ਇਹਨਾਂ ਵਿੱਚੋਂ ਕਿਹੜਾ ਸਹੀ ਹੈ, ਆਪਾਂ ਨੂੰ ਆਪਸ਼ਨ ਵੀ ਦਿੱਤੇ ਹੋਣਗੇ, A ਆਪਸ਼ਨ, B ਆਪਸ਼ਨ, C ਆਪਸ਼ਨ ਔਰ D ਆਪਸ਼ਨ। A ਆਪਸ਼ਨ ਹੈ ਐਸ ਕਿਊ ਦੀ ਪਤਨੀ ਹੈ, ਪਤਨੀ ਹੈ। फिर देता एस पी दा पिता है, फिर देता पी क्यू दी पुत्री है या ती है, और फिर देता क्यू पी दा पिता है। पिता है, क्लियर है जी। और ई ऑप्शन मान लो देता इन्हां चों कोई भी नहीं, नन ऑफ दीज, ये देता आपां नूं। हुण तुसीं सारे जणिਆਂ ने की देखना है, ਜਦੋਂ ਵੀ ਆਪਣੇ ਕੋਲੇ ਇਹੋ ਜਿਹਾ ਕੁਐਸਚਨ ਆਊਗਾ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਸਿੰਬਲ ਤੇ ਡਿਪੈਂਡ ਹੈ। ਕਿਹਦੇ ਤੇ ਡਿਪੈਂਡ ਹੈ? ਸਿੰਬਲ ਤੇ। ਕੋਈ ਵੀ ਕੈਂਡੀਡੇਟ ਵਾਰੀ-ਵਾਰੀ ਫੋਨ ਨੂੰ ਬੰਦ ਕਰਕੇ ਸਟਾਰਟ ਨਾ ਕਰੋ, ਇਹ ਨੈਟਵਰਕ ਇਸ਼ੂ ਹੈ। ਨੈਟਵਰਕ ਇਸ਼ੂ ਜਦੋਂ ਆ ਜਾਂਦਾ ਹੈ ਤੇ ਫਿਰ ਇਹ ਕਲਾਸ ਦੇ ਵਿੱਚ ਪੂਰੀ ਵਿੱਚ ਹੀ ਰਹੇਗਾ, ਬਟ ਜਿੰਨਾ ਲਿਖ ਰਿਹਾ ਵਾਂ ਮੈਨੂੰ ਪਤਾ ਉਹਨਾਂ ਸਾਫ਼ ਚੱਲ ਰਿਹਾ ਹੈ, ਤੁਸੀਂ ਸਮਝ ਰਹੇ ਹੋਵੋਗੇ ਹਰ ਚੀਜ਼ ਨੂੰ, ਹਨਾ। ਮੇਰੀ ਫੋਟੋ ਭਾਵੇਂ ਨਾ ਦਿਖੇ ਭਾਵੇਂ ਦਿਖੇ, ਤੁਸੀਂ ਸਿਰਫ ਆਹ ਚੀਜ਼ ਦੇਖੋ ਜਿਹੜੀ ਤੁਹਾਨੂੰ ਮੈਂ ਲਿਖ ਰਿਹਾ ਵਾਂ ਇਹਦੇ ਵਿੱਚ। ਆ ਲੋ ਫੋਟੋ ਆਪਾਂ ਸਾਈਡ ਤੇ ਕਰ ਦਿੰਨੇ ਆ, ਲੋ ਰੁਕੋ ਇੱਕ ਵਾਰੀ। ਆ ਲੋ ਜੀ, ਠੀਕ ਹੈ। ਹੁਣ ਫੋਟੋ ਹੈ ਹੀ ਨਹੀਂ ਗੀ, ਹੁਣ ਫੋਟੋ ਅੱਗੇ ਪਿੱਛੇ ਨਹੀਂ ਹੋਏਗੀ, ਤੁਸੀਂ ਸਿਰਫ ਦੇਖੋ ਕੁਐਸਚਨ ਨੂੰ। ਚਲੋ ਜੀ, ਹੁਣ ਇਹਨੇ ਆਪਾਂ ਨੂੰ ਕੀ ਕਿਹਾ? ਇਸ ਕੁਐਸਚਨ ਨੇ ਆਪਾਂ ਨੂੰ, ਇਸ ਕੁਐਸਚਨ ਨੇ ਆਪਾਂ ਨੂੰ ਕੀ ਕਿਹਾ? ਸਾਰੇ ਜਣੇ ਦੇਖਿਓ ਧਿਆਨ ਨਾਲ। ਇਹਨੇ ਕਿਹਾ ਵੀ a plus b ਦਾ ਮਤਲਬ ਹੈ a b ਦੀ ਧੀ ਹੈ। ਧਿਆਨ ਨਾਲ ਦੇਖ ਲੈਣਾ, ਅੱਜ ਆਪਾਂ ਸਟੈਪ ਨੰਬਰ ਦੂਜਾ ਹੀ ਕਰਾਂਗੇ, ਜਿੰਨਾ ਹੋ ਸਕਿਆ ਸਾਰੇ ਦਾ ਸਾਰਾ ਕਰਾਂਗੇ। a plus b ਦਾ ਮਤਲਬ ਹੈ a b ਦੀ ਧੀ ਹੈ, a into b ਦਾ ਮਤਲਬ ਹੈ a b ਦਾ ਪੁੱਤਰ ਹੈ, a minus b ਦਾ ਮਤਲਬ ਹੈ a b ਦੀ ਪਤਨੀ ਹੈ। ਤੁਸੀਂ ਕਹੋਗੇ ਸਰ ਉੱਪਰ ਤਾਂ a b ਦੇ ਰੱਖਿਆ ਹੈ, ਥੱਲੇ ਸਰ p q s ਦੇਤਾ, ਐਵੇਂ ਤਾਂ ਹੋ ਹੀ ਨਹੀਂ ਸਕਦਾ। ਨਹੀਂ, ਤੁਸੀਂ ਕੀ ਸੋਚਣਾ ਹੈ ਦਿਮਾਗ ਦੇ ਵਿੱਚ, ਇਹ ਗੱਲ ਧਿਆਨ ਰੱਖਣਾ। ਤੁਹਾਨੂੰ ਮੈਂ ਕਿਹਾ ਸੀਗਾ ਕਿ ਇਹ ਕੁਐਸਚਨ ਕਿਹਦੇ ਤੇ ਡਿਪੈਂਡ ਹੈ? ਕਿਹਦੇ ਤੇ ਡਿਪੈਂਡ ਹੈ? ਸਿੰਬਲ ਤੇ ਡਿਪੈਂਡ ਹੈ, ਯਾਨੀ ਚਿੰਨ੍ਹਾਂ ਤੇ ਡਿਪੈਂਡ ਹੈ। ਆ ਦੇਖੋ ਧਿਆਨ ਨਾਲ, ਆ ਇਨਟੂ ਲਿਖਿਆ ਹੈ ਨਾ, ਆ ਇਨਟੂ ਕਿੱਥੇ ਹੈ? ਦੇਖੋ ਪਹਿਲਾਂ ਆ ਰਿਹਾ ਜੀ ਇਨਟੂ। ਇਸ ਇਨਟੂ ਤੋਂ ਪਹਿਲਾਂ a ਹੈ ਔਰ ਇਸ ਇਨਟੂ ਤੋਂ ਪਹਿਲਾਂ b ਹੈ, ਮਤਲਬ ਆਪਾਂ ਇਹ ਮੰਨਾਂਗੇ ਵੀ ਇਸ ਇਨਟੂ ਤੋਂ ਪਹਿਲਾਂ p ਹੈ ਔਰ ਇਸ ਇਨਟੂ ਤੋਂ ਪਹਿਲਾਂ ਕੀ ਹੈ? q। ਯਾਨੀ ਤੁਹਾਨੂੰ ਆ ਤਾਂ ਸਿਰਫ ਡਾਇਰੈਕਸ਼ਨ ਦਿੱਤੀ ਗਈ ਹੈ, ਮਤਲਬ ਤੁਸੀਂ ਇਸ ਇਨਟੂ ਦਾ ਮਤਲਬ ਇਹੀ ਮੰਨ ਰਹੇ ਹੋ ਨਾ a into b। ਜਦੋਂ ਤੁਸੀਂ a into b ਮੰਨ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ a b ਦਾ ਪੁੱਤਰ ਹੈ, ਉਸੇ ਤਰ੍ਹਾਂ ਤੁਸੀਂ p into q ਨੂੰ ਕੀ ਆਖੋਗੇ? p q ਦਾ ਪੁੱਤਰ ਹੈ ਆਖੋਗੇ ਕਿ ਨਹੀਂ ਆਖੋਗੇ? ਇੰਨੀ ਗੱਲ ਦੱਸੋ, ਸਮਝ ਆਈ ਕਿ ਨਹੀਂ ਆਈ? ਇੰਨੀ ਗੱਲ ਦੱਸੋ ਸਾਰੇ ਜਣੇ, ਇੰਨੀ ਗੱਲ ਸਮਝ ਆਈ ਕਿ ਨਹੀਂ ਆਈ? ਕਿ ਆਪਾਂ ਨੂੰ ਸਿਰਫ ਇਨਟੂ ਦੇਖਣਾ ਹੈ। ਇਨਟੂ ਦਾ ਮਤਲਬ ਹੈ a into b, ਯਾਨੀ a b ਦਾ ਪੁੱਤਰ ਹੈ। ਤਾਂ ਆਪਾਂ ਪੜਾਂਗੇ p into ਕੀ, ਯਾਨੀ p q ਦਾ ਪੁੱਤਰ ਹੈ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ? ਹਾਂਜੀ, ਤਾਂ ਹੁਣ ਇਹਨੂੰ ਡਾਇਗਰਾਮ 'ਚ ਕਨਵਰਟ ਕਰੋ ਫਟਾਫਟ। p q ਦਾ ਪੁੱਤਰ ਹੈ, ਆ ਲਓ ਜੀ, p ਕਿਹਦਾ ਪੁੱਤਰ ਹੈ? q ਦਾ। p ਕਿਹਦਾ ਪੁੱਤਰ ਹੈ? q ਦਾ ਪੁੱਤਰ ਹੋ ਗਿਆ। ਇਜ਼ ਦੈਟ ਕਲੀਅਰ? p into q ਯਾਨੀ p q ਦਾ ਪੁੱਤਰ ਹੈ। ਹੁਣ ਤੁਹਾਨੂੰ ਪੜਨਾ ਹੈ ਮਾਈਨਸ, ਮਾਈਨਸ ਆ ਰਿਹਾ, ਮਾਈਨਸ ਤੋਂ ਪਹਿਲਾਂ a ਹੈ ਔਰ ਮਾਈਨਸ ਤੋਂ ਬਾਅਦ b ਹੈ, ਮਤਲਬ ਤੁਹਾਡੇ ਕੋਲੇ ਮਾਈਨਸ ਤੋਂ ਪਹਿਲਾਂ q ਹੈ ਔਰ ਮਾਈਨਸ ਤੋਂ ਬਾਅਦ s ਹੈ। ਤੁਸੀਂ ਬੋਲੋਗੇ a b ਦੀ ਪਤਨੀ ਹੈ, ਤੁਸੀਂ ਇੱਥੇ ਕੀ ਬੋਲੋਗੇ? q s ਦੀ ਪਤਨੀ ਹੈ, ਵੀ ਪਹਿਲਾ ਵਾਲਾ ਪਹਿਲੇ ਨੰਬਰ ਤੇ ਦੂਜੇ ਨੰਬਰ ਵਾਲਾ ਦੂਜੇ ਨੰਬਰ ਤੇ, ਤਾਂ q s ਦੀ ਪਤਨੀ ਹੈ। ਤਾਂ q ਕਿਹਦੀ ਪਤਨੀ ਹੋਈ? s ਦੀ ਪਤਨੀ ਹੋਈ। ਜੇ s ਦੀ ਪਤਨੀ q ਹੋਈ ਤਾਂ s ਉਹਦਾ ਕੀ ਹੋਇਆ? ਪਤੀ ਹੋਇਆ। ਦੱਸੋ ਬਈ, ਇੰਨੀ ਗੱਲ ਸਮਝ ਆ ਗਈ ਸਾਰਿਆਂ ਨੂੰ? ਹੁਣ ਤੁਸੀਂ ਪੜੋ ਕਿਹੜਾ ਸਹੀ ਹੈ। s q ਦੀ ਪਤਨੀ ਹੈ,
एस क्यू दी पत्नी तो नहीं की जी, एस क्यू दा पति है, पहला ऑप्शन गलत। एस पी दा पिता है, बिल्कुल जी, एस पी दा पिता है या नहीं है? हाँ जी हैगा जी, आ लो जी। पी क्यू दी धी है, नहीं जी, पी ता क्यू दा की है, मुंडा है। क्यू पी दा पिता है, नहीं जी, क्यू पी दी मां है। अपना आंसर की आएगा? बी आ जाएगा। बहुत वधिया भी। दसो सारे जने ये गल समझ आई कि नहीं आई, जेड़ा मैं कंसेप्ट दसिया? जेड़ा मैं कंसेप्ट दसिया ये समझ में आया कि नहीं आया? बहुत वधिया। ਇਹੋ ਜਿਹਾ एक क्वेश्चन होर करते हैं ਆਪਾਂ। दूजा नंबर क्वेश्चन, दूजा नंबर क्वेश्चन भी ये कह रहा है टी माइनस एस इंटू बी माइनस एम। आ गल इनू डायग्राम च कन्वर्ट करो पहला तो, फटाफट डायग्राम बनाओ ਇਹਦਾ। इस लाइन का डायग्राम बनाओ। जे इस लाइन का डायग्राम बनाओगे तुसी पढ़ोगे सर माइनस तो आ रहा, माइनस तो पहला ए बी, यानी तुसी कहोगे ए बी की पत्नी है, तो इत्थे की कहोगे टी एस की पत्नी है। आ लो जी, टी किहदी पत्नी है? एस दी। एस ओदा की हो गया? घर वाला। अगे हुण इंटू ने फड़ोगे, इंटू आ रहा, इंटू तो पहला ए बी यानी ए बी का पुत्र है, तुसी कहोगे एस बी का पुत्र है, क्योंकि अपने को एस इंटू बी है, एस बी का पुत्र है। आ लो जी, एस बी का पुत्र हो गया। हुण फिर माइनस आ गया, और माइनस का मतलब है कि ए बी की पत्नी है, तुसी बोलोगे बी एम की पत्नी है, तो बी किहदी पत्नी है? एम दी। एम एदा की हो गया? घर वाला। स्क्रीन ते की नहीं शो हो रहा? दसो मैनू बई, सारा कुछ तो शो हो रहा है मेरे सामने तो है बई। पुनीत शर्मा स्क्रीन ते तो बिल्कुल शो हो रहा है, बस थोड़ी जी लैगिंग कर रहा है। वो लैगिंग मैनू पता है क्यों कर रहा है, नैटवर्क इशू है साडे इत्थे नहीं गा, बट ये नैटवर्क इशू जरूर है, मैनू पता है, क्योंकि मैं यदि जी CPU की स्ट्रेंथ है वो थोड़ी माइनस दिखा रहा है। ओके ओके, पहले नहीं हो रहा सी। आ डायग्राम देखो सारे जने, फिर रिपीट कर रहे हैं। टी माइनस एस, टी माइनस एस का मतलब है टी एस की पत्नी है, तो देखो टी एस की पत्नी है, हो गई पत्नी। फिर उन्हें क्या? एस इंटू बी, एस इंटू बी का मतलब है एस बी का पुत्र है, तो एस के दा पुत्र है? बी का पुत्र है। फिर उन्हें क्या? बी माइनस एम, तो बी माइनस एम का मतलब है बी एम की पत्नी है, तो बी के दी पत्नी है? एम दी, तो एम की हो गया ਉਹਦਾ घर वाला। इतों तक दसो सारे जने क्लीयर है सारे नू? डायग्राम बना लिया कि नहीं बना लिया? फटाफट दसो भी। बना लिया? बहुत बढ़िया बना लिया था, बहुत ही बढ़िया। हुण चलो दसो मैनू, टी माइनस एस इंटू बी माइनस एम दे विच तुहानू दसना है, मैं जिहड़े ऑप्शन लिखूंगा उन्हां विचों दसना है गलत किहड़ा है, उन्हां विचों गलत किहड़ा है, तुहानू गलत दसना है, ठीक है ना? चलो जी, पहला ऑप्शन तुहानू गलत दसना है। पहला ऑप्शन बी एस दी मां है। दूजा ऑप्शन एम बी दा पति है। तीजा ऑप्शन एस बी दी भैन है। चौथा ऑप्शन टी एस दी पत्नी है। और ई ऑप्शन एंड लास्ट एस बी दा पुत्र है।
ਦੱਸੋ ਸਾਰੇ ਜਣੇ। ਤੁਹਾਨੂੰ ਦੱਸਣਾ ਹੈ ਇਹਨਾਂ ਚੋਂ ਗਲਤ ਕਿਹੜਾ ਹੈ, ਜਿਹੜਾ ਇਸ ਡਾਇਗਰਾਮ ਤੇ ਸੈੱਟ ਨਹੀਂ ਬਹਿ ਰਿਹਾ। ਗਲਤ ਦੱਸਣਾ ਹੈ, ਗਲਤ। ਤਰੁਣ ਨੇ ਦੱਸਿਆ ਸੀ ਗਲਤ ਹੈ, ਚਲੋ ਚੈੱਕ ਕਰ ਲੈਣੇ ਆ। ਸੀ ਐਸ ਬੀ ਦੀ ਭੈਣ ਹੈ, ਬਿਲਕੁਲ ਵੀ ਐਸ ਬੀ ਦੀ ਭੈਣ ਨਹੀਂ ਹੈ, ਐਸ ਤਾਂ ਬੀ ਦਾ ਮੁੰਡਾ ਹੈ। ਤਾਂ ਬਿਲਕੁਲ ਜੀ ਗਲਤ ਕਿਹੜਾ ਹੋਇਆ, ਸੀ। ਬਾਕੀ ਸਾਰੇ ਕੀ ਹੋਏ, ਸਹੀ ਹੋਏ। ਆ ਦੇਖੋ, ਬੀ ਐਸ ਦੀ ਮਾਂ ਹੈ, ਬਿਲਕੁਲ ਜੀ ਇਹ ਮਾਂ ਹੈ। ਐਮ ਬੀ ਦਾ ਪਤੀ ਹੈ, ਐਮ ਬੀ ਦਾ ਪਤੀ ਬਿਲਕੁਲ ਜੀ ਹੈ। ਟੀ ਐਸ ਦੀ ਪਤਨੀ ਹੈ, ਬਿਲਕੁਲ ਜੀ ਹੈ। ਐਸ ਬੀ ਦਾ ਪੁੱਤਰ ਹੈ, ਬਿਲਕੁਲ ਜੀ ਹੈ। ਬਟ ਐਸ ਬੀ ਦੀ ਭੈਣ ਨਹੀਂ, ਬਿਲकुल। अरे भी समझ आ रहा है कि नहीं आ रहा है कंसेप्ट। स्टेप नंबर 2 भी स्टेप नंबर 1 ਤੇ ਹੀ ਡਿਪੈਂਡ ਹੈ, ਇਹ ਗੱਲ ਧਿਆਨ ਰੱਖਣਾ। ਜੇ ਸਟੈਪ ਨੰਬਰ 1 ਤੁਹਾਨੂੰ ਕਲੀਅਰ ਹੈ ਤਾਂ ਹੀ ਦੂਜਾ ਕਰ ਪਾਉਂਗੇ, ਦੂਜਾ ਵੀ ਸੇਮ ਉਹੀ ਚੀਜ਼ ਹੈ। ਬਹੁਤ ਵਧੀਆ। ਚਲੋ ਜੀ, ਹੁਣ ਆਪਾਂ ਗੱਲ ਕਰਦੇ ਹਾਂ ਇਸ ਕੁਐਸਚਨ ਦੀ। ਆਪਾਂ ਨੂੰ ਦਿੱਤਾ ਹੋਇਆ ਹੈ a into b ਦਾ ਮਤਲਬ ਹੈ a is father of b, यानी a ਜਿਹੜਾ ਹੈ ਉਹ b ਦਾ ਪਿਤਾ ਹੈ। ਕਲੀਅਰ ਹੈ, ਇੱਥੇ ਲਿਖ ਦੇਣਾ a ਪਿਤਾ ਹੈ b ਦਾ। a plus b ਦਾ ਮਤਲਬ ਹੈ a ਪਤਨੀ ਹੈ ਕਿਹਦੀ, b ਦੀ। ਫਿਰ a ਡਾਟਰ यानी ਧੀ, a ਧੀ ਹੈ ਕਿਹਦੀ, b ਦੀ। और a ਪੁੱਤਰ ਹੈ ਕਿਹਦਾ, b ਦਾ। ਕਲੀਅਰ। ਥੈਂਕ ਯੂ ਪ੍ਰਵਿੰਦਰ। ਹੁਣ ਫਟਾਫਟ ਦੱਸੋ ਸਾਰੇ ਜਣੇ ਇਸ ਕੁਐਸਚਨ ਦਾ ਆਨਸਰ ਕੀ ਆਏਗਾ। ਤੁਸੀਂ ਇਸ ਡਾਇਗਰਾਮ ਨੂੰ ਬਸ ਕੰਪਲੀਟ ਕਰਨਾ ਹੈ, ਬਸ ਗੱਲ ਖਤਮ। ਇਸ ਡਾਇਗਰਾਮ ਨੂੰ ਕੰਪਲੀਟ ਕਰੋ, ਡਾਇਗਰਾਮ ਬਣਾਓ ਫਟਾਫਟ। ਜਿੰਨੇ ਡਾਇਗਰਾਮ ਬਣਾਤਾ ਉਹਦਾ ਕੁਐਸਚਨ ਸੋਲਵ ਹੋ ਗਿਆ 101%। ਚਲੋ ਜੀ, L ਭਾਗ M, ਭਾਗ ਤਾਂ ਆ ਰਿਹਾ ਜੀ, ਠੀਕ ਹੈ ਜੀ। ਭਾਗ ਦਾ ਮਤਲਬ ਹੈ A ਧੀ ਹੈ B ਦੀ, A ਧੀ ਹੈ B ਦੀ। ਆਪਾਂ ਕਵਾਂਗੇ L ਧੀ ਹੈ ਕਿਹਦੀ, M ਦੀ। ਆ ਲਓ ਜੀ, L ਧੀ ਹੈ ਕਿਹਦੀ, M ਦੀ। ਨੈਕਸਟ M into O, M into O। ਹੁਣ into ਦਾ ਮਤਲਬ ਕੀ ਹੈ, A ਪਿਤਾ ਹੈ B ਦਾ, ਆਪਾਂ ਕਵਾਂਗੇ M ਪਿਤਾ ਹੈ ਕਿਹਦਾ, B ਦਾ। ਆ ਲਓ ਜੀ, M ਪਿਤਾ ਹੈ ਕਿਹਦਾ, B ਦਾ, ਯਾਨੀ ਇਹਦਾ ਭਰਾ ਵੀ ਹੋ ਸਕਦਾ ਹੈ ਤੇ ਭੈਣ ਵੀ ਹੋ ਸਕਦੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ L ਜਿਹੜੀ ਸੀ ਧੀ ਸੀ M ਦੀ, ਔਰ M ਪਿਤਾ ਹੈ B ਦਾ, ਮਤਲਬ ਦੋਨਾਂ ਦਾ ਹੀ ਪਿਤਾ ਹੋਇਆ ਕਿ ਨਹੀਂ ਹੋਇਆ। ਹੁਣ ਅੱਗੇ ਲਿਖਿਆ ਹੈ ਮਾਈਨਸ, ਯਾਨੀ O ਮਾਈਨਸ P। O ਮਾਈਨਸ P ਦਾ ਮਤਲਬ ਹੋ ਜਾਏਗਾ A ਪੁੱਤਰ ਹੈ B ਦਾ, ਆਪਾਂ ਕਵਾਂਗੇ O ਪੁੱਤਰ ਹੈ B ਦਾ। ਕਿਹਦਾ ਪੁੱਤਰ ਹੈ, O। O ਪੁੱਤਰ ਹੈ B ਦਾ। ਆ ਲਓ ਜੀ, B ਦਾ ਪੁੱਤਰ ਕੀ ਹੋਇਆ, O। Is that clear? ਅੱਗੇ ਚਲੋ, ਇੱਥੇ P ਹੈ, ਇਹ P ਹੈ, ਠੀਕ ਹੈ ਨਾ, B ਨਹੀਂ ਹੈ। ਅੱਗੇ एक बार रिपीट, रुको रुको मेरी थोड़ी गलती होगी, रुको। ਆਪਾਂ ਨੂੰ ਕੀ ਕਿਹਾ ਗਿਆ ਦੁਬਾਰਾ, ਆਪਾਂ ਨੂੰ ਕਿਹਾ ਗਿਆ ਸਭ ਤੋਂ ਪਹਿਲਾਂ L ਭਾਗ M, ਯਾਨੀ L ਧੀ ਹੈ ਕਿਹਦੀ, M ਦੀ, ਠੀਕ ਹੈ ਜੀ। M into O ਦਾ ਮਤਲਬ ਸੀਗਾ M ਪਿਤਾ ਹੈ O ਦਾ, M ਪਿਤਾ ਹੈ ਕਿਹਦਾ, O ਦਾ। ਫਿਰ O minus P ਦਾ ਮਤਲਬ ਹੋਇਆ O ਪੁੱਤਰ ਹੈ ਕਿਹਦਾ, P ਦਾ। O ਪੁੱਤਰ ਹੈ ਕਿਹਦਾ, P ਦਾ। ਇੱਥੋਂ ਪਤਾ ਲੱਗ ਗਿਆ ਕਿ O ਪੁੱਤਰ ਹੈ P ਦਾ, ਮਤਲਬ ਇਹ ਇਹਦੀ ਘਰ ਵਾਲੀ ਹੈ। ਆ ਇਹਦੀ ਕੀ ਹੈ, ਘਰ ਵਾਲੀ ਹੈ। ਇਹਦੀ ਕੀ ਹੈ, ਘਰ ਵਾਲੀ, ਬਿਲਕੁਲ।
फिर P भाग Q ਦਾ ਮਤਲਬ ਕੀ ਹੋਇਆ P ਤੀ ਹੈ Q ਦੀ ਆ ਲੋ ਜੀ P ਤੀ ਹੈ ਕਿਹਦੀ Q ਦੀ ਹੁਣ ਬਣਿਆ ਡਾਇਗਰਾਮ ਸਹੀ ਇਹ ਡਾਇਗਰਾਮ ਸਾਰਿਆਂ ਦਾ ਬਣਿਆ ਕਿ ਨਹੀਂ ਬਣਿਆ ਫਟਾਫਟ ਦੱਸੋ ਇਹ ਡਾਇਗਰਾਮ यही डायग्राम बनया कि नहीं बनया मैं रिपीट कर रहा डायग्राम सारे का सारा L भाग M का मतलब की है L ती है M दी आ लो जी L ती है के दी M दी कुड़ी आ लो जी फिर क्या गया M इंटू O और M इंटू O का मतलब है M पिता है O दा आ लो जी M पिता है O दा फिर क्या गया O माइनस P यानी O पुत्र है P दा आ लो जी O पुत्र है P दा ਆਪਾਂ ਨੂੰ ਪਤਾ ਹੈ ਜੇ ਆ ਬੰਦਾ ਹੈ ਤੇ ਇਹ ਬੁੜੀ ਹੋਏਗੀ ਕਿਉਂਕਿ ਦੋਨਾਂ ਦੇ ਵਿੱਚ ਕੀ ਰਿਲੇਸ਼ਨ ਹੋਏਗਾ ਪਤੀ ਪਤਨੀ ਦਾ ਬਿਲਕੁਲ ਔਰ ਲਾਸਟ ਬੋਲਿਆ ਗਿਆ ਕਿ P ਤੀ ਹੈ Q ਦੀ ਹੁਣ ਇਹਨੇ ਕੀ ਬੋਲਿਆ L ਦਾ Q ਨਾਲ ਕੀ ਸੰਬੰਧ ਹੈ L ਦਾ Q ਨਾਲ ਯਾਨੀ Q L ਨੂੰ ਕੀ ਕਹੇਗਾ ਤਾਂ ਦੇਖੋ Q P ਨੂੰ ਕੀ ਕਹੇਗਾ ਮਾਂ ਕਹੇਗਾ ਨਹੀਂ Q P ਨੂੰ ਕੀ ਕਹੇਗਾ Q P ਨੂੰ ਕਹੇਗਾ ਆਪਦੀ ਬੇਟੀ ਔਰ ਆਪਾਂ ਨੂੰ ਪਤਾ ਹੈ ਬੇਟੀ ਦੇ ਘਰ ਵਾਲੇ बेटी दे घर वाले दी बेटी इस तरीके की कंप्लीट सेटिंग हुई तो तुसी ऊपरों थल्ले आने की बजाय किधरों जाओ थल्ले ऊपर जाओ इजी रहेगा क्यों पहली कंडीशन दूजी कंडीशन तीजी कंडीशन याद करो दस्या सी ना मैं आपां नूं पता है जो थल्ले ऊपर जावांगे तो आपां यही कहांगे जी दादी दादे वाली कंडीशन आ गई किहड़ी आ गई दादी दादे वाली ते दादी दादा आपां नूं की कहंदे ने पोता या पोती तो आपां नूं पता है कि क्यों एल नूं की कहेगा पोती की कहेगा पोती यस ग्रैंड डॉटर बिल्कुल बहुत बढ़िया भी तुसी ऊपरों थल्ले ना आओ तुसी थल्ले ऊपर जाओ और बाद में देखो कि उन्हें पूछा की है भी थल्ले ऊपर जावांगे दादी कहूगा तो दादी की कहेगी पोता तुसी ऊपरों थल्ले आओगे तो दिक्कत होएगी इस करके थल्ले ऊपर जाओ दसो भी समझ आया सारे नूं फटाफट दसो भी आया कि नहीं आया समझ नूं मैं पूछया सीगा L ਦਾ Q ਨਾਲ और ਤੁਹਾਨੂੰ ਦੱਸਿਆ ਹੋਇਆ ਹੈ ਜਿਹਦੇ ਨਾਲ ਵਰਡ ਲੱਗਿਆ ਹੋਵੇ ਉਹ ਦੂਜੇ ਬੰਦੇ ਨੂੰ ਕੀ ਕਹੇਗਾ ਤਾਂ Q L ਨੂੰ ਕੀ ਕਹੇਗਾ ਤਾਂ Q ਤਾਂ L ਨੂੰ ਪੋਤੀ ਹੀ ਕਹੇਗਾ ਨਾ ਅਗਲਾ ਕੁਐਸਚਨ ਦੇਖੋ ਹੁਣ ਅਗਲੇ ਕੁਐਸਚਨ ਦੇ ਵਿੱਚ ਵੀ ਸੇਮ ਕੰਡੀਸ਼ਨ A is father of B A is wife of B same condition A minus B ਦੀ ਗੱਲ ਹੋ ਰਹੀ ਹੈ A minus B ਦਾ ਮਤਲਬ ਹੋ ਗਿਆ ਆਰਿਆ ਯਾਨੀ A ਬੇਟਾ ਹੈ ਕਿਹਦਾ B ਦਾ ਆ ਲਓ ਜੀ A बेटा है B ਦਾ ਹੁਣ B into C B into C ਦਾ ਮਤਲਬ ਹੋ ਜਾਏਗਾ B father ਹੈ C ਦਾ ਆ ਲਓ ਜੀ B father ਕਿਹਦਾ ਹੈ C ਦਾ ਇਹ ਦੋਨੋਂ ਭੈਣ ਭਰਾ ਜਾਂ ਕੁਝ ਵੀ ਹੋ ਗਏ C plus D C plus D ਦਾ ਮਤਲਬ ਹੈ C is wife of B यानी C पत्नी है किहदी B D ਦੀ C पत्नी किहदी है D ਦੀ ਆ ਲਓ ਜੀ D ਕੀ ਹੋ ਗਿਆ ਇਹਦਾ पति D minus E D minus E ਦਾ ਮਤਲਬ ਹੋ ਜਾਏਗਾ D is son of E D ਬੇਟਾ ਹੈ ਕਿਹਦਾ E ਦਾ ਆ ਲਓ ਜੀ D ਬੇਟਾ ਹੈ ਕਿਹਦਾ E ਦਾ ਹੁਣ ਤੁਹਾਡੇ ਕਈਆਂ ਦੇ ਮਨ 'ਚ ਇਹ ਹੋਏਗਾ ਸਰ ਇਹ ਦੋਨੋਂ ਪਤੀ ਪਤਨੀ ਤਾਂ ਹੁੰਦੇ ਜੇ ਇਸ C ਦਾ ਪਿਤਾ ਹੁੰਦਾ E ਜਾਂ ਘਰ ਵਾਲੀ ਹੁੰਦੀ ਜੋ ਵੀ ਹੁੰਦੀ ਉੱਪਰ ਆਉਂਦੀ ਬਟ C ਦੀ ਘਰ ਵਾਲੀ ਦਾ C ਦੇ ਘਰ ਵਾਲੇ ਦਾ ਅੱਗੇ ਪਿਓ ਜਾਂ ਜੋ ਵੀ ਹੈ ਤੇ ਇਸ ਕਰਕੇ ਇਹ ਸਮਧਨ ਹੋਏ ਕੀ ਹੋਏ ਇਹ ਸਮਧਨ ਹੋਏ ਯਾਨੀ ਕਹਿਣ ਦਾ ਮਤਲਬ ਹੈ ਰਿਸ਼ਤੇਦਾਰ ਹੋਏ ਸਗੇ ਨਹੀਂ ਹੋਏ ਰਿਸ਼ਤੇਦਾਰ ਹੋਏ ਇੰਨੀ ਚੀਜ਼ ਦੱਸੋ ਸਾਰਿਆਂ ਨੂੰ ਸਮਝ ਆਈ ਕਿ ਨਹੀਂ ਆਈ डायग्राम बनाना आया कि नहीं आया डायग्राम बनाना आया कि नहीं आया देखो भी गाइस अगर इन्ने स्टूडेंट होंगे तो फिर देखो मजा ही नहीं होना क्लास लाने का देखो
मतलब ਤੁਸੀਂ ਇਹ ਵੀ ਨਹੀਂ ਸੋਚ ਸਕਦੇ ਕਿ ਇੱਕ ਟੀਚਰ ਤੁਹਾਡੇ ਵਾਸਤੇ ਕਿੰਨਾ ਕਰ ਰਿਹਾ ਹੈ। ਕਈਆਂ ਦੇ ਮਨ 'ਚ ਇਹ ਹੁੰਦਾ ਵੀ ਅਸੀਂ ਬਾਅਦ 'ਚ ਕਲਾਸ ਲਾ ਦਾਂਗੇ। ਮੇਰੀ ਹਾਈ ਅਥਾਰਟੀ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਤੁਸੀਂ ਕਲਾਸ ਨੂੰ ਨਾ ਪਬਲਿਕ ਦੀ ਬਜਾਏ ਜਾਂ ਅਨਲਿਸਟਡ ਦੀ ਬਜਾਏ ਪ੍ਰਾਈਵੇਟ ਕਰ ਦਿਆ ਕਰੋ। ਇੱਕ ਦਿਨ ਵੀ ਜੋ ਬੱਚਿਆਂ ਨੂੰ ਮੈਟਰ ਨਹੀਂ ਮਿਲੇਗਾ ਨਾ, ਮੇਰਾ ਵਾਅਦਾ ਹੈ ਕਿ ਉਹ ਕਲਾਸ ਲੈਣ ਆਉਣਗੇ, ਜਿਵੇਂ ਮਰਜ਼ੀ ਹੋਣ। ਹਾਂਜੀ, ਡਾਇਗਰਾਮ ਤੁਹਾਡਾ ਸਾਰਿਆਂ ਦਾ ਰੈਡੀ ਹੈ। ਮੈਂ ਫੇਰ ਇੱਕ ਵਾਰੀ ਡਾਇਗਰਾਮ ਨੂੰ ਰਿਪੀਟ ਕਰ ਰਿਹਾ ਹਾਂ ਸਾਰਿਆਂ ਵਾਸਤੇ। a ਮਾਈਨਸ b, a ਮਾਈਨਸ b ਦਾ ਮਤਲਬ ਹੈ a ਪੁੱਤਰ ਹੈ, ਯਾਨੀ a ਸਨ ਹੈ ਕਿਹਦਾ, b ਦਾ। ਆ ਲਓ ਜੀ, a ਸਨ ਹੈ b ਦਾ। ਫੇਰ ਕਿਹਾ ਗਿਆ b into c, ਆਪਾਂ ਨੂੰ ਪਤਾ ਹੈ b into c ਹੈ। ਜਦੋਂ a is father of b ਹੈ ਤਾਂ ਆਪਾਂ ਕਹਾਂਗੇ b is father of c, ਯਾਨੀ b ਪਿਤਾ ਹੈ ਕਿਹਦਾ, c ਦਾ। ਆ ਲਓ ਜੀ, ਹੁਣ c ਦਾ ਪਿਤਾ ਹੈ b ਔਰ a ਦਾ ਵੀ ਪਿਤਾ ਹੈ, ਇਹਦਾ ਮਤਲਬ ਦੋਨੋਂ ਤੋਂ ਕੀ ਹੋਏ, ਭਰਾ ਭਰਾ ਵੀ ਹੋ ਸਕਦੇ ਆ ਤੇ ਭਰਾ ਭੈਣ ਵੀ ਹੋ ਸਕਦੇ ਨੇ। ਹੁਣ ਅੱਗੇ ਚਲੋ, c plus d ਦਾ ਮਤਲਬ ਕੀ ਹੈ, c is wife of d, ਯਾਨੀ c ਪਤਨੀ ਹੈ ਕਿਹਦੀ, d ਦੀ। ਆ ਲਓ ਜੀ, c ਪਤਨੀ ਹੈ d ਦੀ, ਇਹਦਾ ਮਤਲਬ ਹੈ ਇਹ ਪਤਨੀ ਹੈ ਤੇ ਇਹ ਕੀ ਹੋਇਆ, ਉਹਦਾ ਪਤੀ। ਆ ਲਓ ਜੀ, ਫਿਰ ਉਹਨੇ ਕਿਹਾ d minus e, d minus e ਦਾ ਮਤਲਬ ਹੈ d is son of e, ਯਾਨੀ d ਜਿਹੜਾ ਹੈ ਉਹ ਬੇਟਾ ਕਿਹਦਾ ਹੈ, e ਦਾ। ਆ ਲਓ ਜੀ, e ਦਾ ਬੇਟਾ ਕੀ ਹੋ ਗਿਆ, d। ਹੁਣ ਇਹ ਦੋਨੋਂ ਪਤੀ ਪਤਨੀ ਹੈ, ਇਸ ਕਰਕੇ ਆਪਾਂ ਇਹਨਾਂ ਨੂੰ ਪਤੀ ਪਤਨੀ ਨਹੀਂ ਬਣਾ ਸਕਦੇ, ਕਿਉਂਕਿ ਉੱਪਰ ਵਾਲੇ ਪਤੀ ਪਤਨੀ ਉਦੋਂ ਹੀ ਬਣਨਗੇ ਜਦੋਂ ਥੱਲੇ ਸਾਰੇ ਭੈਣ ਭਰਾ ਹੋਣ। ਹੁਣ ਇਹ ਸਮਝਣ ਹੋਏ। ਹੁਣ ਇਹਨੇ ਕਿਹਾ ਵੀ ਟਰੂ ਕਿਹੜਾ ਹੈ, ਜਿਹੜਾ ਸਹੀ ਹੈ। c is mother of a, ਯਾਨੀ c ਮਾਤਾ ਹੈ a ਦੀ। ਨਹੀਂ ਜੀ, c ਤਾਂ ਮਾਤਾ ਦੀ ਹੋ ਹੀ ਨਹੀਂ ਸਕਦੀ, ਕਿਉਂਕਿ ਇੱਕ ਹੀ ਕੰਡੀਸ਼ਨ ਵਿੱਚ ਕਦੀ ਮਾਤਾ ਹੁੰਦੀ ਹੈ ਕਿ ਇੱਕ ਹੀ ਪੀੜ੍ਹੀ ਦੇ ਵਿੱਚ ਕਦੀ ਮਾਤਾ ਹੁੰਦੀ ਹੈ, ਨਹੀਂ। d is brother of a, d brother of a, ਨਹੀਂ ਜੀ ਇਹ ਵੀ ਨਹੀਂ ਹੈ। d ਜਿਹੜਾ ਹੈ ਉਹ ਤਾਂ a ਦਾ ਜੀਜਾ ਹੋਇਆ ਜਾਂ brother in law ਹੋਇਆ। e is mother in law of c, e is mother in law of c, c ਦੀ mother in law। ਦੇਖੋ ਵੀ ਇੱਥੇ ਆ ਕੇ ਥੋੜਾ ਜਿਹਾ ਤੁਸੀਂ ਉੱਤਰ c ਦੇਤਾ, ਮੈਨੂੰ ਪਤਾ ਸੀਗਾ, ਬਟ ਇੱਥੇ ਆਪਾਂ ਨੂੰ ਕਿੱਥੇ ਪਤਾ ਲੱਗ ਰਿਹਾ ਹੈ ਕਿ ਜਿਹੜਾ e ਹੈ ਉਹ e ਮੁੰਡਾ ਹੈ ਜਾਂ ਕੁੜੀ ਹੈ, ਕਿਤੇ ਪਤਾ ਲੱਗ ਰਿਹਾ ਹੈ। ਦੇਖੋ ਇੱਕ ਵਾਰੀ ਸਾਰੇ ਜਣ ਦੇਖੋ, e ਦੇ ਬਾਰੇ ਪਤਾ ਲੱਗ ਰਿਹਾ ਵੀ e ਮਤਲਬ ਬੁੜੀ ਹੈ। ਜਿਹੜੇ c ਉੱਤਰ ਦੇ ਰਹੇ ਨੇ ਉਹ ਸੋਚੋ ਇੱਕ ਵਾਰੀ। ਇੱਕ ਵਾਰੀ ਸਾਰੇ ਜਣੇ ਦੇਖੋ, ਜਿਹੜੇ c ਉੱਤਰ ਦੇ ਰਹੇ ਨੇ ਕੀ ਉਹਨਾਂ ਨੂੰ ਪਤਾ ਲੱਗ ਰਿਹਾ ਵੀ e ਜਿਹੜੀ ਹੈ ਉਹ ਬੁੜੀ ਹੈ। ਦੱਸੋ ਬਈ। ਉਹ ਤਾਂ ਮੈਂ ਸੋਚਿਆ ਹੀ ਨਹੀਂ, ਇਸ ਕਰਕੇ ਧਿਆਨ ਰੱਖਣਾ, ਇਹ ਵੀ ਆਪਣਾ ਕੀ ਹੋ ਗਿਆ, ਗਲਤ। ਆਪਾਂ ਕਵਾਂਗੇ none is true, ਕੋਈ ਵੀ ਸਹੀ ਨਹੀਂ ਹੈ, ਕੋਈ ਵੀ ਸਹੀ ਨਹੀਂ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ e ਦੇ ਬਾਰੇ ਕਨਫਰਮੇਸ਼ਨ ਨਹੀਂ ਮਿਲ ਰਹੀ ਕਿ ਉਹ ਵਾਕਈ ਲੜਕੀ ਹੈ। ਉਹ ਲੜਕਾ ਵੀ ਹੋ ਸਕਦਾ ਹੈ ਤੇ ਲੜਕੀ ਵੀ ਹੋ ਸਕਦੀ ਹੈ, ਤੇ ਆਨਸਰ ਕੀ ਆਏਗਾ, none is true, ਕੋਈ ਵੀ ਸੱਤਿਆ ਨਹੀਂ ਹੈਗਾ। ਇਹੀ ਨਿੱਕੀ ਨਿੱਕੀ ਗਲਤੀਆਂ ਹੀ ਪੇਪਰ ਦੇ ਵਿੱਚ ਖਰਾਬ ਕਰਦੀਆਂ ਨੇ। ਚਲੋ ਜੀ, ਅਗਲਾ ਕੁਐਸਚਨ। ਅਗਲਾ ਕੁਐਸਚਨ ਵੀ ਸੇਮ ਉਸੇ ਤੇ ਡਿਪੈਂਡ। ਹੁਣ ਇਸ ਕੁਐਸਚਨ ਦੇ ਵਿੱਚ ਕੀ ਪੁੱਛਿਆ ਵੀ ਜਿਹੜਾ ਇੱਥੇ ਹੈ ਨਾ, ਇੱਥੇ ਇਹਨਾਂ ਚੋਂ ਕਿਹੜਾ ਆਏਗਾ। ਇੱਕ ਵਾਰੀ ਤੁਸੀਂ ਸਾਰੇ ਜਣੇ ਨਾ ਕਰਿਓ, ਮੈਂ ਕਰਵਾ ਰਿਹਾ ਵਾਂ। ਉੱਪਰ ਕੀ ਲਿਖਿਆ, what will come in the place of the question mark, ਯਾਨੀ ਇਸ question mark ਤੇ ਕੀ ਆਏਗਾ। ਇਹੋ ਜਿਹੇ ਕੁਐਸਚਨ ਵੀ ਪੁੱਛ ਸਕਦਾ ਹੈ। to establishment that Q is the nephew of T, ਯਾਨੀ ਜਿਹੜਾ Q ਹੈ
ਉਹਨੇ ਕੀ ਕਿਹਾ Q is nephew of T। nephew ਦਾ ਮਤਲਬ ਹੁੰਦਾ ਹੈ ਭਾਣਜਾ ਜਾਂ ਭਤੀਜਾ। ਇਹ ਹੁੰਦਾ ਹੈ ਨਾ ਵੀ Q is nephew of T। ਠੀਕ ਹੈ ਜੀ, ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ Q ਹੈ ਨਾ ਉਹ ਕੀ ਹੋ ਸਕਦਾ ਹੈ। ਆ ਦੇਖੋ Q ਭਤੀਜਾ ਹੈ, ਇਹਨੇ ਇਹ ਗੱਲ ਕਹਿਤੀ Q ਭਤੀਜਾ ਹੈ ਤਾਂ ਮਤਲਬ Q ਕੀ ਹੋਣਾ ਚਾਹੀਦਾ ਹੈ, ਮੁੰਡਾ ਹੋਣਾ ਚਾਹੀਦਾ ਹੈ। Q ਕੀ ਹੋਣਾ ਚਾਹੀਦਾ ਹੈ, ਮੁੰਡਾ ਹੋਣਾ ਚਾਹੀਦਾ ਹੈ। ਇਹ ਤੇ ਗੱਲ ਸ਼ੋਰ ਹੋ ਗਈ ਵੀ ਨੈਫਿਊ ਦਾ ਮਤਲਬ ਕੀ ਹੁੰਦਾ ਹੈ, ਭਾਣਜਾ ਤੇ ਭਤੀਜਾ। ਨੀਸ ਦਾ ਮਤਲਬ ਹੁੰਦਾ ਹੈ ਭਾਣਜੀ ਤੇ ਭਤੀਜੀ, ਹੈਨਾ। ਤੇ ਆਪਾਂ ਨੂੰ ਇੱਥੋਂ ਇਹ ਗੱਲ ਪਤਾ ਲੱਗ ਗਈ ਵੀ Q ਤਾਂ ਮੁੰਡਾ ਹੈ ਨਾ, Q is nephew of T, ਯਾਨੀ Q ਮੁੰਡਾ ਹੈ। ਇਹ ਗੱਲ ਸ਼ੋਰ ਹੋ ਗਈ, ਸ਼ੋਰ ਹੋ ਗਈ। ਹੁਣ ਆਪਾਂ ਨੂੰ Q ਤੇ R ਦੇ ਵਿੱਚ ਰਿਲੇਸ਼ਨ ਦੱਸਣਾ ਹੈ। ਸਭ ਤੋਂ ਪਹਿਲਾਂ Q ਹੈਸ਼ R ਦਾ ਮਤਲਬ ਕੁਝ ਵੀ ਮਤਲਬ ਇੱਥੇ ਭਾਵੇਂ ਪਲੱਸ ਆਵੇ, ਭਾਵੇਂ ਗੁਣਾ ਆਵੇ, ਭਾਗ ਆਵੇ, ਮਾਈਨਸ ਆਵੇ, ਇਹਨਾਂ ਵਿੱਚੋਂ ਆਪਾਂ ਨੂੰ ਲੈਣਾ ਹੈ ਸ਼ੋਰਟ, ਕਿਉਂਕਿ Q ਆਪਾਂ ਨੂੰ ਪਤਾ ਹੈ ਮੁੰਡਾ ਹੋਣਾ ਚਾਹੀਦਾ ਹੈ। ਤੇ ਮੁੰਡਾ ਜਾਂ ਤਾਂ ਫਾਦਰ ਵਾਲੀ ਕੰਡੀਸ਼ਨ 'ਚ ਬਣੇਗਾ ਜਾਂ ਸਨ ਵਾਲੀ ਕੰਡੀਸ਼ਨ 'ਚ ਬਣੇਗਾ। ਵਾਲੀ ਕੰਡੀਸ਼ਨ 'ਚ ਨਹੀਂ ਬਣੇਗਾ ਨਾ ਮੁੰਡਾ, ਕਿਉਂਕਿ ਸਨ ਆਪਾਂ ਨੂੰ ਪਤਾ ਹੈ ਕਿਹੜੀ ਕੰਡੀਸ਼ਨ 'ਚ ਬਣੇਗਾ, ਜਾਂ ਤਾਂ ਮਾਈਨਸ ਵਾਲੀ 'ਚ ਜਾਂ ਇਨਟੂ ਵਾਲੀ 'ਚ। ਤੇ ਜਾਂ ਤਾਂ ਆਪਣਾ ਉੱਤਰ ਹੈ ਮਾਈਨਸ ਵਾਲਾ ਤੇ ਜਾਂ ਆਪਣਾ ਉੱਤਰ ਹੈ ਇਨਟੂ ਵਾਲਾ। ਇਹ ਦੋਨੋਂ ਤੋਂ ਕੱਟ ਦੋ ਜੀ। ਆ ਲਓ ਜੀ, ਕੱਟਤੇ। ਇੰਨੀ ਗੱਲ ਦੱਸੋ ਸਾਰੇ ਜਣਿਆਂ ਨੂੰ ਸਮਝ ਆਈ ਕਿ ਨਹੀਂ ਆਈ, ਫਟਾਫਟ ਦੱਸੋ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ ਕਿ ਨਹੀਂ ਆਈ। ਉਹਦਾ ਜਿਹੜਾ ਜੈਂਡਰ ਹੈ ਉਹ ਮੇਲ ਹੈ, ਔਰ ਆਪਾਂ ਨੂੰ ਪਤਾ ਹੈ ਕਿ Q ਕੁਐਸਚਨ ਮਾਰਕ R, ਜੇ ਆਪਾਂ ਇੱਥੇ Q ਪਲੱਸ R ਲਾਵਾਂਗੇ, ਸੌਰੀ ਪਲੱਸ ਨਹੀਂ, Q ਇਨਟੂ R ਲਾਵਾਂਗੇ ਤਾਂ ਕਵਾਂਗੇ Q ਪਿਤਾ ਹੈ R ਦਾ, ਮਤਲਬ ਮੇਲ ਬਣ ਰਿਹਾ ਹੈ। ਔਰ ਜੇ ਆਪਾਂ ਲਵਾਂਗੇ ਮਾਈਨਸ ਤਾਂ ਕਵਾਂਗੇ Q ਬੇਟਾ ਹੈ ਕਿਹਦਾ, R ਦਾ, ਹੈਨਾ। ਇਹ ਦੋਨਾਂ ਕੰਡੀਸ਼ਨਾਂ ਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਨਹੀਂ ਹੋ ਰਹੀ, ਆਪਾਂ ਨੂੰ ਇਹ ਪਤਾ ਲੱਗ ਰਿਹਾ ਕਿ ਜੈਂਡਰ ਮੇਲ ਹੈ। ਬਟ ਆਪਾਂ ਜੇ ਕਵਾਂਗੇ Q ਪਤਨੀ ਹੈ ਕਿਹਦੀ, R ਦੀ, ਤੇ ਇਹਦਾ ਮਤਲਬ Q ਤਾਂ ਬੁੜੀ ਹੋ ਗਈ, ਜਦਕਿ ਆਪਾਂ ਨੂੰ ਪਤਾ ਹੈ ਵੀ Q ਤਾਂ ਮੁੰਡਾ ਹੋਣਾ ਚਾਹੀਦਾ। ਇਹ ਤਾਂ ਸ਼ੋਰ ਹੋ ਗਿਆ। ਆਈ ਗੱਲ ਸਮਝ ਸਾਰਿਆਂ ਨੂੰ, ਫਟਾਫਟ ਦੱਸੋ। ਠੀਕ ਹੈ, ਉੱਤਰ ਇਹਨਾਂ ਦੋਨਾਂ ਚੋਂ ਕੋਈ ਇੱਕ ਹੈ। ਚਲੋ ਜੀ, ਹੁਣ ਆਪਾਂ ਰੱਖ ਕੇ ਦੇਖਦੇ ਹਾਂ। ਆਪਾਂ ਰੱਖ ਕੇ ਦੇਖਦੇ ਹਾਂ Q ਇਨਟੂ R ਆ ਰਿਹਾ। Q ਪਿਤਾ ਹੈ ਕਿਹਦਾ, R ਦਾ। Q ਪਿਤਾ ਹੈ ਕਿਹਦਾ, R ਦਾ। ਫਿਰ R ਡਿਵਾਈਡ ਬਾਈ S, R ਡਿਵਾਈਡ ਬਾਈ S ਦਾ ਮਤਲਬ ਹੈ R ਪੁੱਤਰੀ ਹੈ ਕਿਹਦੀ, S ਦੀ। ਆ ਲਓ ਜੀ, R ਪੁੱਤਰੀ ਹੈ ਕਿਹਦੀ, S ਦੀ, S ਦੀ ਘਰ ਵਾਲੀ ਹੋ ਗਈ। ਫਿਰ ਉਸ ਤੋਂ ਬਾਅਦ S ਇੰਟੂ T, S ਇੰਟੂ T ਦਾ ਮਤਲਬ ਹੈ S ਪਿਤਾ ਹੈ ਕਿਹਦਾ, T ਦਾ। ਇਹ ਤਾਂ ਕੋਈ ਜਚੀ ਨਹੀਂ ਗੱਲ, ਜਚੀ ਨਹੀਂ ਗੱਲ, ਤੇ ਇਸ ਕਰਕੇ ਇਹਦਾ ਮਤਲਬ ਹੈ ਇੱਥੇ ਇੰਟੂ ਤਾਂ ਨਹੀਂ ਆ ਸਕਦਾ। ਤੇ ਮੇਰੇ ਹਿਸਾਬ ਨਾਲ ਇਹਦਾ ਆਨਸਰ ਕੀ ਆਏਗਾ, ਮਾਈਨਸ ਵਾਲੀ ਕੰਡੀਸ਼ਨ ਰੱਖ ਕੇ ਦੇਖੀਏ। ਚਲੋ ਮਾਈਨਸ ਵਾਲੀ ਕੰਡੀਸ਼ਨ ਰੱਖ ਕੇ ਦੇਖਦੇ ਹਾਂ, ਮਾਈਨਸ ਵਾਲੀ। ਚਲੋ Q ਮਾਈਨਸ R ਦਾ ਮਤਲਬ ਹੈ Q ਪੁੱਤਰ ਹੈ ਕਿਹਦਾ, R ਦਾ। R ਭਾਗ S ਦਾ ਮਤਲਬ ਹੈ R ਬੇਟੀ ਹੈ S ਦੀ, R ਬੇਟੀ ਹੈ ਕਿਹਦੀ, S ਦੀ। S ਇੰਟੂ T ਦਾ ਮਤਲਬ ਹੈ S ਪਿਤਾ ਹੈ ਕਿਹਦਾ, S ਪਿਤਾ ਹੈ ਕਿਹਦਾ, T ਦਾ। T ਇਹਦਾ ਕੀ ਹੋ ਗਿਆ, ਭਰਾ। T ਇਹਦਾ ਕੀ ਹੋ ਗਿਆ, ਭਰਾ ਹੋ ਗਿਆ ਜਾਂ ਭੈਣ ਹੋ ਗਈ, ਆਪਾਂ ਨੂੰ ਨਹੀਂ ਪਤਾ। ਹੁਣ ਇਹਨੇ ਕਿਹਾ ਸੀ Q is the nephew of T, Q is the nephew of T। ਬਿਲਕੁਲ ਜੀ, ਆਪਾਂ ਨੂੰ ਪਤਾ ਹੈ ਕਿ T ਭਾਵੇਂ ਮਾਸੀ ਹੋਵੇ ਭਾਵੇਂ ਮਾਮਾ ਹੋਵੇ, ਮਾਮਾ ਆਪਦੀ ਭੈਣ ਦੇ ਬੇਟੇ ਨੂੰ ਕੀ ਕਹੇਗਾ, ਭਾਣਜਾ ਵੀ ਕਹਿ ਸਕਦਾ ਹੈ ਤੇ ਭਤੀਜਾ ਵੀ। ਦੱਸਿਆ ਸੀ ਨਾ, ਕਿਉਂਕਿ ਨੈਫਿਊ ਲਿਖਿਆ ਹੋਇਆ ਹੈ, ਤਾਂ ਆਪਣਾ ਆਨਸਰ ਕੀ ਆਏਗਾ, C ਆ ਜਾਏਗਾ। ਕੀ ਆ ਜਾਏਗਾ, C। ਦੱਸੋ ਵੀ ਸਾਰੇ ਜਣੇ ਸਮਝ ਵਿੱਚ ਆਇਆ ਜਾਂ ਨਹੀਂ ਆਇਆ, ਫਟਾਫਟ ਦੱਸੋ। फटाफट दसो भाई। ਤੁਹਾਨੂੰ ਮੈਂ ਦੋ ਚੀਜ਼ਾਂ ਕੱਟਣੀਆਂ ਸਿਖਾਤੀਆਂ ਕਿ ਜਦੋਂ ਤੁਹਾਡੇ ਕੋਲੇ ਕੋਈ ਵੀ ਕੰਡੀਸ਼ਨ ਪੁੱਛੇ ਵੀ ਇੱਥੇ ਕੀ ਆਏਗਾ, ਪਲੱਸ ਆਏਗਾ ਮਾਈਨਸ ਆਏਗਾ, ਤੁਸੀਂ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਜੈਂਡਰ ਕੱਢ ਲਓ। ਕੀ ਕੱਢ ਲਓ, ਜੈਂਡਰ, ਕਿ ਉਹ ਮੁੰਡਾ ਹੈ ਜਾਂ ਕੁੜੀ ਹੈ।
ਜਦੋਂ ਤੁਸੀਂ ਇਹ ਕਨਸੈਪਟ ਕੱਢ ਲਿਆ ਨਾ ਕਿ ਇਹ ਮੁੰਡਾ ਹੈ ਤੇ ਤੁਹਾਡੇ ਦੋ ਆਪਸ਼ਨ ਤਾਂ ਆਟੋਮੈਟਿਕ ਕੱਟ ਜਾਣਗੇ, ਇੱਕ ਹੀ ਬਚੇਗਾ ਔਰ ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਸਹੀ ਹੋਏਗਾ ਬਸ ਕੰਪਲੀਟ। ਚਲੋ ਜੀ ਹੁਣ ਇਸ ਕੁਐਸਚਨ ਨੂੰ ਦੇਖੋ। ਇਸ ਕੁਐਸਚਨ ਦੇ ਵਿੱਚ ਕਹਿ ਰਿਹਾ ਹੈ ਕਿ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਤੇ ਆਉਣਾ ਚਾਹੀਦਾ ਹੈ, ਇਹ ਸਥਾਪਨ ਕੀजिए। ਬੀ ਕੇ ਦਾ ਬੱਚਾ ਹੈ, ਇਹਨੇ ਕਹਿਤਾ ਕਿ ਬੀ ਇਜ਼ ਚਾਈਲਡ ਆਫ ਕੇ। ਇੱਥੇ ਪੰਗਾ ਪੈ ਗਿਆ, ਹਾਏ ਓ ਰੱਬਾ, ਹਨਾ ਇੱਥੇ ਪੰਗਾ ਪੈ ਗਿਆ। ਕਿਵੇਂ ਕਿ ਬੀ ਕੇ ਦਾ ਬੱਚਾ ਦੇਤਾ ਇਹਨੇ। ਬੱਚਾ ਤਾਂ ਮੁੰਡਾ ਵੀ ਹੋ ਸਕਦਾ ਹੈ ਔਰ ਕੁੜੀ ਵੀ ਹੋ ਸਕਦੀ ਹੈ। ਆ ਦੇਖੋ ਬੀ ਇਜ਼ ਦਾ ਚਾਈਲਡ ਆਫ ਕੇ, ਤੇ ਹੁਣ ਆਪਾਂ ਨੂੰ ਇਹ ਗੱਲ ਸ਼ੋਰ ਹੋ ਗਈ ਕਿ ਬੀ ਕੇ ਦਾ ਬੱਚਾ ਹੈ, ਯਾਨੀ ਜਿਹੜਾ ਬੀ ਹੈ ਉਹ ਕੇ ਦਾ ਬੱਚਾ ਹੈ। ਉਹ ਭਾਵੇਂ ਮੁੰਡਾ ਹੈ ਭਾਵੇਂ ਕੁੜੀ ਹੈ, ਆਪਾਂ ਨੂੰ ਹੁਣ ਕੋਈ ਲੌਜਿਕ ਨਹੀਂ ਲੈਣਾ, ਹਨਾ ਆਪਾਂ ਨੂੰ ਕੋਈ ਲੌਜਿਕ ਨਹੀਂ ਲੈਣਾ। ਹੁਣ ਆਪਾਂ ਨੂੰ ਰੱਖ ਕੇ ਦੇਖਣਾ ਪਏਗਾ। ਚਲੋ ਜੀ ਰੱਖ ਕੇ ਦੇਖਦੇ ਹਾਂ। ਕੁਐਸਚਨ ਤਾਂ ਹਰੇਕ ਤਰੀਕੇ ਦਾ ਆ ਸਕਦਾ ਹੈ ਨਾ ਪੇਪਰ ਦੇ ਵਿੱਚ। टी% के, टी% के ਦਾ ਮਤਲਬ ਹੈ ਟੀ ਮਾਤਾ ਹੈ ਕੇ ਦੀ। ਆ ਲੋ ਜੀ ਟੀ ਮਾਤਾ ਹੈ ਕਿਹਦੀ, ਕੇ ਦੀ। ਨੈਕਸਟ K#F, ਕੇ ਹਸਬੈਂਡ ਹੈ F ਦਾ। ਆ ਲੋ ਜੀ ਕੇ ਹਸਬੈਂਡ ਹੈ F ਦਾ। ਆ ਲੋ ਜੀ F%L, F%L ਦਾ ਮਤਲਬ ਹੋਏਗਾ F ਮਦਰ ਹੈ L ਦੀ। F ਮਦਰ ਹੈ ਕਿਹਦੀ, L ਦੀ। ਆ ਲੋ ਜੀ L+N, L+N ਦਾ ਮਤਲਬ ਹੈ N, ਜਿਹੜੀ L+N ਦਾ ਮਤਲਬ ਹੈ L ਭੈਣ ਹੈ ਕਿਹਦੀ, N ਦੀ। ਇੱਥੋਂ ਤੱਕ ਤਾਂ ਸਾਰੇ ਦਾ ਸਾਰਾ ਡਾਇਗਰਾਮ ਬਣ ਗਿਆ ਆਪਣਾ। ਇੱਥੋਂ ਤੱਕ ਤਾਂ ਦੇ ਰੱਖਿਆ ਸੀ ਆਪਾਂ ਨੂੰ। ਹੁਣ N ਨੂੰ B ਦੇ ਨਾਲ ਜੋੜਨਾ ਹੈ ਔਰ N ਨੂੰ ਜਿਵੇਂ ਹੀ B ਦੇ ਨਾਲ ਜੋੜਾਂਗੇ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ K ਦਾ ਬੱਚਾ ਕੌਣ ਹੈ, B K ਦਾ ਬੱਚਾ ਹੈ। ਹੁਣ ਤੁਸੀਂ ਥੋੜਾ ਜਿਹਾ ਦਿਮਾਗ ਲਾਓ, B ਅਗਰ K ਦਾ ਬੱਚਾ ਹੈ ਤੇ ਨੈਚੁਰਲ ਜੀ ਗੱਲ ਹੈ L ਦਾ ਭਰਾ ਵੀ ਹੋ ਸਕਦਾ ਹੈ ਤੇ ਭੈਣ ਵੀ ਹੋ ਸਕਦੀ ਹੈ। ਯੈਸ ਜਾਂ ਨੋ, N ਦਾ ਵੀ ਭਰਾ ਤੇ ਭੈਣ ਹੋ ਸਕਦੀ ਹੈ। ਯਾਨੀ ਕਹਿਣ ਦਾ ਮਤਲਬ ਇਹ ਹੋਇਆ ਕਿ N ਔਰ B ਦੇ ਵਿੱਚ ਸਿਰਫ ਔਰ ਸਿਰਫ ਭੈਣ ਭਰਾ ਵਾਲਾ ਹੀ ਰਿਸ਼ਤਾ ਹੋਏਗਾ। ਜੇਕਰ N ਔਰ B ਦੇ ਵਿੱਚ ਭੈਣ ਭਰਾ ਵਾਲਾ ਰਿਸ਼ਤਾ ਹੋਏਗਾ ਤਾਂ ਹੀ ਕਹਿ ਸਕਦੇ ਹਾਂ ਕਿ K ਦਾ ਮੁੰਡਾ ਜਾਂ ਕੁੜੀ B ਹੈ। ਇਹਦਾ ਮਤਲਬ ਭੈਣ ਭਰਾ ਇੱਕ ਤੇ ਹਸਬੈਂਡ ਤਾਂ ਹੋ ਹੀ ਨਹੀਂ ਸਕਦਾ, ਡਾਟਰ ਵੀ ਨਹੀਂ ਹੋ ਸਕਦਾ, ਮਦਰ ਵੀ ਨਹੀਂ ਹੋ ਸਕਦਾ, ਭੈਣ ਭਰਾ, ਯਾਨੀ ਇਹ ਦੋਨੋਂ ਹੋ ਸਕਦੇ ਨੇ। ਯਾਨੀ ਜੇ ਆਪਾਂ ਇੱਥੇ ਪਲੱਸ ਰੱਖੀਏ N+B, ਯਾਨੀ N ਭੈਣ ਹੈ ਕਿਹਦੀ, B ਦੀ, ਤਾਂ ਵੀ ਆਪਾਂ ਕਹਿ ਸਕਦੇ ਹਾਂ B ਜਿਹੜਾ ਹੈ ਉਹ K ਦਾ ਬੱਚਾ ਹੈ, ਕਹਿ ਸਕਦੇ ਹਾਂ ਨਾ। ਔਰ ਜੇ ਆਪਾਂ ਇੱਥੇ @ ਲਾਈਏ ਤਾਂ ਆਪਾਂ ਕਵਾਂਗੇ N ਜਿਹੜਾ ਹੈ ਉਹ ਬ੍ਰਦਰ ਹੈ ਕਿਹਦਾ, B ਦਾ, ਤਾਂ ਵੀ ਆਪਾਂ ਕਹਿ ਸਕਦੇ ਹਾਂ ਕਿ K ਦਾ ਬੱਚਾ ਕੀ ਹੈ, B। ਜਾਂ @ ਤਾਂ ਦੇਖ ਲਓ ਪਲੱਸ ਜਾਂ @ ਮਤਲਬ C ਆਪਸ਼ਨ। ਬਹੁਤ ਵਧੀਆ। ਇਹੋ ਜਿਹੇ ਕੁਐਸਚਨ ਕਦੀ ਕੀਤੇ ਸੀਗੇ ਤੁਸੀਂ? ਜੇਕਰ ਤੁਸੀਂ ਤਿਆਰੀ ਵੀ ਪਹਿਲੀ ਵਾਰ ਕਰ ਰਹੇ ਹੋ ਜਾਂ ਦੂਜੀ ਵਾਰ ਕਰ ਰਹੇ ਹੋ ਤੇ ਇਹੋ ਜਿਹੇ ਕੁਐਸਚਨਸ ਤੁਹਾਨੂੰ ਬੁੱਕਸ ਦੇ ਵਿੱਚ ਵੀ ਨਹੀਂ ਮਿਲਣਗੇ, ਔਰ ਜੇ ਮਿਲਣਗੇ ਤਾਂ ਹੁਣ ਤੁਸੀਂ ਕਰ ਵੀ ਲਓਗੇ। ਦੱਸੋ ਵੀ ਸਾਰੇ ਜਣੇ। ਆ ਗਿਆ ਸਮਝ ਵਿੱਚ ਕੁਐਸਚਨ ਕਿ ਤੁਹਾਨੂੰ ਸਿਰਫ ਪਹਿਲਾਂ ਤਾਂ ਡਾਇਗਰਾਮ ਬਣਾਉਣਾ ਆਉਣਾ ਚਾਹੀਦਾ ਹੈ। ਡਾਇਗਰਾਮ ਇਜ਼ ਦਾ ਮੇਨ ਪਾਰਟ ਜਾਂ ਮੇਨ ਫੋਕਸ ਸਮਝ ਲਓ, ਬਲੱਡ ਰਿਲੇਸ਼ਨ ਦਾ ਮੇਨ ਫੋਕਸ ਹੈ। ਬਹੁਤ ਵਧੀਆ। ਚਲੋ ਜੀ 10 ਨੰਬਰ ਕੁਐਸਚਨ ਦੇਖੋ ਸਾਰੇ ਜਣੇ। 10 ਨੰਬਰ ਕੁਐਸਚਨ ਅੱਜ ਦਾ ਸਟੈਪ ਨੰਬਰ ਦੂਜੇ ਦਾ ਅੰਤਿਮ ਕੁਐਸਚਨ। ਅੱਜ ਸਟੈਪ ਨੰਬਰ ਦੂਜੇ ਦਾ ਅੰਤਿਮ ਕੁਐਸਚਨ ਹੈ। ਚਲੋ ਦੇਖੋ, ਹੇਠ ਲਿਖਿਆ ਵਿੱਚੋਂ ਕਿਹੜਾ ਭਾਵ ਸੰਕੇਤ ਕਹਿੰਦਾ ਹੈ ਕਿ ਜੇ F ਦੀ ਪਤਨੀ ਹੈ। ਆਪਾਂ ਨੂੰ ਕਹਿਤਾ ਕਿ ਇਹਨਾਂ ਚਾਰਾਂ ਵਿੱਚੋਂ ਕੋਈ ਇੱਕ ਸੰਬੰਧ ਵਿੱਚ ਇਹ ਪਤਾ ਲੱਗਦਾ ਹੈ ਕਿ ਜਿਹੜਾ J ਹੈ ਨਾ ਉਹ F ਦੀ ਪਤਨੀ ਹੈ।
जे पत्नी है तो आ बनेगी ना भी जे एफ दी पत्नी है तो जे दा जेड़ा जेंडर है वो की आया फीमेल आया जे दा जेंडर की आया फीमेल आया। हुण तुसी सारे जने ध्यान नाल ਕੰਨ खड़े करके अखां स्क्रीन बिल्कुल बंद करके टाइपिंग बिल्कुल बंद करके स्क्रीन ते देखना कि मैं जेड़ी ट्रिक दसन लग्या वां वो एक काला जादू है, एक मैजिक ट्रिक है, एक मैजिक ट्रिक है। ध्यान नाल देखना कि ਜਦੋਂ ਇਹੋ ਜਿਹਾ ਕੁਐਸਚਨ ਆਇਆ ਜਿਹਦੇ ਵਿੱਚ ਆਪਾਂ ਨੂੰ ਪੁੱਛਦਾ ਹੈ ਸਿੰਬਲ, ਤੁਹਾਨੂੰ ਮੈਂ ਉਹਦੀ ਟ੍ਰਿਕ ਦੱਸਤੀ ਕਿ ਤੁਸੀਂ ਕੱਟ ਸਕਦੇ ਹੋ। ਦੂਜੇ ਨੰਬਰ ਤੇ ਹੁਣ ਆਉਂਦਾ ਹੈ ਕਿ ਜਦੋਂ ਤੁਹਾਨੂੰ ਚਾਰ ਆਪਸ਼ਨ ਦੇ ਰੱਖੇ ਹੋਣ, ਤੁਸੀਂ ਚਾਰੋਂ ਆਪਸ਼ਨ ਉਹਦੇ ਡਾਇਗਰਾਮ ਬਣਾਓਗੇ ਤਾਂ ਟਾਈਮ ਕਿਹਦਾ ਵੇਸਟ ਹੋਏਗਾ, ਸਾਡਾ ਹੀ ਵੇਸਟ ਹੋਏਗਾ। ਇਸ ਕਰਕੇ ਜਿਹੜੀ ਗੱਲ ਕਹਿ ਰੱਖੀ ਹੈ ਉਹਨੂੰ ਧਿਆਨ ਨਾਲ ਪੜੋ। ਐਫ ਜੇ ਦੀ ਪਤਨੀ ਹੈ, ਆ ਲਓ ਜੀ, ਅੱਛਾ ਐਫ ਸੌਰੀ ਜੇ ਐਫ ਦੀ ਪਤਨੀ ਹੈ तो जे एफ दी पत्नी है मतलब जे की होगी कुड़ी ते एफ की हो गया बंदा, और जे दा जेंडर पता लग गया फीमेल और एफ दा जेंडर पता लग गया मेल। इन्नी गल पता लग गई ना आपां नूं। हुण देखो तुसी पहले ऑप्शन ते आओ, पहले ऑप्शन ते तुसी सिर्फ जे दा संबंध आर नाल देखो। आपां नूं जेंडर पता लाउणा है ना, जे परसेंटेज आर, जे परसेंटेज आर दा मतलब है जे इज मदर ऑफ आर, यानी जे माता है यानी जेंडर आ गई बुढ़ी, ठीक है जी। हुण एफ दा जेंडर पता लाओ कि एफ जेड़ा एफ है वो के ते एफ दे विच की रिलेशन बनाउंदा है, पहला चेक कर लो। के परसेंटेज एफ, इत्थे पता लग रहा है कि के माता है एफ दी, के अगर माता है एफ दी तो अपने कोले रिलेशन नहीं बन रहा हजे, कोई भी बन नहीं रहा ना कि एफ की है, मुंडा है कि कुड़ी है, हजे नहीं बन रहा। इस करके आपां इहनूं छड्ड दिंदे एक बारी, छड्डता। हुण सैकंड नूं फड़ो, जे बारे पता लाओ, पी परसेंटेज जे, आपां नूं इत्थे भी नहीं पता लग रहा, आपां नूं पता लग रहा कि पी मां है पर जे की है आपां नूं नहीं पता लग रहा। इधर आओ, जे परसेंटेज पी, जे परसेंटेज पी का मतलब है जे माता है, हाँ जी इत्थे पता लग रहा है कि फीमेल है। हुण एफ बारे फिर नहीं पता लग रहा, आपां चेक करदे आ, आर डॉलर एफ, आर डॉलर एफ का मतलब है आर बेटी है किहदी एफ दी, ठीक है जी। आपां नूं किते भी कंप्लीट समझ नहीं आ रहा ना, ਜਿਹੜਾ मैं काला जादू दसना चाहुंदा सीगा ਉਹ ਇੱਥੇ ਲੱਗ ਹੀ नहीं रहा, क्यों क्योंकि ਇੱਥੇ ਜਿਹੜਾ एफ है वो बिल्कुल लास्ट ਦੇ ਵਿੱਚ देता और ਉਹ ਆਪਾਂ ਨੂੰ ਚੈੱਕ करना ही पएगा। सो ਇਸ ਕਰਕੇ मैं ਜਿਹੜੀ ਚੀਜ਼ ਦੱਸਣਾ ਚਾਹਣਾ ਉਹ ਸਾਰੇ ਜਣੇ ਰਿਪੀਟ ਦੇਖ ਲਓ ਇੱਕ ਵਾਰੀ। ਤੁਹਾਨੂੰ ਜੇ ਦਾ ਜੈਂਡਰ ਪਤਾ ਲਾਉਣਾ ਸਭ ਤੋਂ ਪਹਿਲਾਂ, ਉਹ ਆਪਾਂ ਨੂੰ ਪਤਾ ਲੱਗ ਗਿਆ ਕਿ ਫੀਮੇਲ ਹੈ, ਬਾਕੀ ਥਾਵਾਂ ਤੇ ਐਫ ਦਾ ਜੈਂਡਰ ਤਾਂ ਪਤਾ ਲੱਗ ਹੀ ਨਹੀਂ ਰਿਹਾ। ਇਸ ਕਰਕੇ ਕਾਲਾ ਜਾਦੂ ਆਪਣਾ ਇੱਥੇ ਫੇਲ ਹੋ ਗਿਆ, ਕਾਲਾ ਜਾਦੂ ਕੀ ਹੋ ਗਿਆ, ਫੇਲ ਹੋ ਗਿਆ। ਹੁਣ ਤੁਹਾਨੂੰ ਸੋਲਵ ਕਰਨਾ ਪਏਗਾ ਨੋਰਮਲ। ਚਲੋ ਪਹਿਲਾ ਆਪਸ਼ਨ ਚੱਕੋ, ਪੀ ਡਾਲਰ ਜੇ, ਪੀ ਡਾਲਰ ਜੇ ਦਾ ਮਤਲਬ ਹੈ ਪੀ ਬੇਟੀ ਹੈ ਜੇ ਦੀ, ਪੀ ਬੇਟੀ ਹੈ ਕਿਹਦੀ, ਜੇ ਦੀ, ਆ ਲਓ ਜੀ। जे परसेंटेज आर, जे माता है आर दी, आर प्लस के, आर सिस्टर है के दी, आर सिस्टर है के दी, के परसेंटेज एफ, के परसेंटेज एफ का मतलब है के माता है एफ दी। डायग्राम बनाता। हुण तुहानू पता लग रहा है किते भी कि जे एफ दी पत्नी है, देखो जे एफ दी पत्नी बन रही है कि वो तो आपां नूं पहले पता लग गई, इस करके देखो मैं इत्थे डिलीट करता सी पहला ही, पर तुहानू दस्सण वास्ते देखो पहला गलत हो गया, दूजा तां सरासरी गलत है, ये पहले तुहानू दसता। तीजा चेक करो, जे परसेंटेज पी, जे मदर है पी दी, आ लो जी। पी प्लस के, पी सिस्टर है के दी, पी सिस्टर है के दी, के एट दी रेट आर, के ब्रदर है आर दा, आर डॉलर एफ, आर डॉलर एफ का मतलब है आर बेटी है के दी एफ दी, आर बेटी है के दी एफ दी। हुण देखो आर बेटी है एफ दी, आपां नूं पता लग गया कि ये सारे भैन भरा ने, ये जे कुड़ी है ते ये की है बंदा, दोनों विच रिलेशन की आ गया, पति पत्नी दा आ गया, यानी अपना आंसर की आएगा, सी आ जाएगा।
ਇੱਥੇ ਕਾਲਾ ਜਾਦੂ ਨਹੀਂ ਲੱਗਿਆ ਬਈ, ਸੌਰੀ ਫॉर दैट, ਇੱਥੇ ਕਾਲਾ ਜਾਦੂ ਨਹੀਂ ਲੱਗਿਆ। ਕਾਲਾ ਜਾਦੂ ਕੱਲ ਲੱਗੇਗਾ ਹੁਣ, ਕਿਉਂਕਿ ਇਹ ਕੁਐਸਚਨ ਮੈਂ ਸੋਚਿਆ ਸੀ ਕਾਲਾ ਜਾਦੂ ਲੱਗ ਜਾਏਗਾ, ਲੇਕਿਨ ਨਹੀਂ ਲੱਗਿਆ। ਜਦੋਂ ਕਾਲਾ ਜਾਦੂ ਨਹੀਂ ਲੱਗਦਾ ਹੈ ਫਿਰ ਤੁਹਾਨੂੰ ਇੱਕ ਇੱਕ ਆਪਸ਼ਨ ਨੂੰ ਚੈੱਕ ਕਰਨਾ ਪੈਂਦਾ ਹੈ ਡਾਇਗਰਾਮ ਬਣਾ ਬਣਾ ਕੇ। ਆ ਦੱਸੋ ਵੀ ਸਮਝ ਆਇਆ ਕਿ ਨਹੀਂ ਆਇਆ ਸਾਰਿਆਂ ਨੂੰ, ਨਹੀਂ ਕਿ ਦੁਬਾਰਾ ਦੱਸਾਂ? फटाफट दसो भी सारे जने, ये चीज समझ आई कि नहीं आई सारे नू? फटाफट दसो भी। हाँ जी बिल्कुल, क्योंकि काला जादू मैं दसूंगा बट एवं नहीं लगेगा, क्योंकि इत्थे की होया एफ बिल्कुल लास्ट में आ गया, और जो एफ लास्ट में आ जाता फिर आपां नूं श्योर नहीं होंदा कि एफ मुंडा है कि कुड़ी है, इस करके आपां नूं फिर देखो इस तरीके निकल गया ना कंसेप्ट। बिल्कुल, चलो हुण तुहानूं मैं एक क्वेश्चन दे रहा वां, देखियो जे लभे तां आपां नूं, ठीक है जी। P प्लस क्यू दा मतलब है P क्यू दा भरा है, P इंटू क्यू, P इंटू क्यू दा मतलब है P क्यू दी मां है। P पा क्यू दा मतलब है P क्यू दी भैन है। वो कहता है जेकर हाँ जी बिल्कुल परविंदर जी, नेरी साढ़े भी इत्थे आ रही है, नेरी प्लस तूफान प्लस विच मीह पै रहे ने, सो इसे करके ही नैटवर्क इशू आया सी, मैनू पता लग गया सी पहला ही। जेकर आर क्यू दा चाचा है तां केड़ा समीकरण सही है, केड़ा समीकरण सही है तुहानू दसना है। ठीक है जी, जेकर आर क्यू दा चाचा है और ता केड़ा समीकरण सही है तुहानू ये दसना है। ऑप्शन दे रहा वहां, आर प्लस पी इंटू एस, आर इंटू एस प्लस पी, आर भाग पी प्लस एस, आर इंटू पी प्लस एस, ये देता अपन। हुण देखते हैं ट्रिक लग जाए लिख दी, सारे ने देखो एक बारी, आपां नूं क्या आर क्यू दा चाचा है, हुण आर चाचा है ना, ਇਹਦਾ मतलब है आर ਦਾ ਜਿਹੜਾ डिजेंडर है वो की आया मेल आया, की आया मेल। हुण इत्थे पढ़ो आर प्लस पी, आर प्लस पी का मतलब है आर पी का भरा है, मतलब आर का जेंडर की आया बंदा, ठीक है जी, ये उत्तर हो सकता है। हुण आ पढ़ो आर इंटू एस, आर इंटू एस का मतलब है आर एस की मां है, मतलब आर का जेंडर तो फीमेल आ गया, ये हो ही नहीं सकता, गलत हो गया। आर भाग पी, आर भाग पी का मतलब है आर पी की भैन है, इत्थे भी आर का जेंडर की आ गया फीमेल आ गया, जो हो नहीं सकता। आर इंटू पी, आर इंटू पी का मतलब है आर पी की मां है, ये भी जेंडर हो नहीं सकता, तो फटाफट दस दो अपना उत्तर की आएगा, एक नंबर आ जाएगा। आपां नूं अगे देखण दी लोड़ ही नहीं, पूरा सोल्व करने की जोड़ नहीं, इनू ही किया जाता है ओम भट्ट स्वाहा,
ਇਹਨੂੰ ਹੀ ਕਿਹਾ ਜਾਂਦਾ ਹੈ ਕਾਲਾ ਜਾਦੂ। ਕੀ ਕਿਹਾ ਜਾਂਦਾ ਹੈ? ਕਾਲਾ ਜਾਦੂ। ਕੁਐਸਚਨ ਦੇ ਉੱਤੇ ਕਰਨਾ। ਸਮਝ ਆਇਆ ਕਿ ਨਹੀਂ ਆਇਆ? ਫਟਾਫਟ ਦੇਖੋ, ਰਿਪੀਟ ਕਰ ਰਿਹਾ ਵਾਂ ਮੈਂ। ਉਹਨੇ ਕਿਹਾ ਸੀ ਆਰ ਕਿਊ ਦਾ ਚਾਚਾ ਹੈ। ਆਰ ਕਿਊ ਦਾ ਚਾਚਾ ਹੈ ਮਤਲਬ ਆਪਾਂ ਨੂੰ ਜੈਂਡਰ ਪਤਾ ਲੱਗ ਗਿਆ ਕਿ ਆਰ ਇੱਕ ਬੰਦਾ ਹੈ। ਜੇ ਆਰ ਇੱਕ ਬੰਦਾ ਹੈ ਤਾਂ ਸਿਰਫ ਪਹਿਲੇ ਦੇ ਵਿੱਚ ਹੀ ਬੰਦਾ ਬਣ ਰਿਹਾ, ਬਾਕੀ ਸਾਰਿਆਂ ਵਿੱਚ ਬੁੜੀ ਬਣ ਰਿਹਾ ਆਰ, ਜੋ ਹੋ ਨਹੀਂ ਸਕਦਾ। ਔਰ ਹੋ ਨਹੀਂ ਸਕਦਾ ਤਾਂ ਕੱਟ ਗਿਆ, ਤਾਂ ਆਪਣਾ ਕਾਲਾ ਜਾਦੂ ਲੱਗ ਗਿਆ ਨਾ। ਕੁਝ ਕੁਐਸਚਨ ਇਹੋ ਜਿਹੇ ਹੋਣਗੇ ਜਿਹੜੇ ਕਿਹੜੇ ਹੋਣਗੇ? ਕੁਝ ਕੁਐਸਚਨ ਇਹੋ ਜਿਹੇ ਹੋਣਗੇ ਕੇਡੀ ਪਾਠਕ ਵਰਗੇ, ਜਿਹਦੇ ਤੇ ਕਾਲਾ ਜਾਦੂ ਨਹੀਂ ਲੱਗੇਗਾ, ਹਨਾ। ਔਰ ਕੁਝ ਹੋਣਗੇ ਕਿਹੋ ਜਿਹੇ, ਉਹ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ। ਫਟਾਫਟ ਦੱਸੋ ਵੀ ਸਮਝ ਆਇਆ ਕਿ ਨਹੀਂ ਆਇਆ ਅੱਜ ਦਾ ਸੈਸ਼ਨ? फटाफट दसो भाई। अरे भाई इतना स्लो चल रहा है नेट तुहाडे भी। काला जादू लोना आया कि नहीं आया? हुण कल जदों आपां मिलांगे, कल तुसीं मैनूं दस दिओ भी सारे जने, जे तां सारे जने 10 तो 11 और 11 तो 12 आउंदे ने फिर तां आपां क्लास लईए। अदरवाइज कल वास्ते तुहानूं रिकॉर्डेड क्लास मिल जाएगी शाम नूं, ठीक है ना। रिकॉर्डेड क्लास मिल जाएगी। दस दो जिवें तुहाडा दिल करे मैनूं दस दिओ, सर नाल तुसीं गल कर लिओ, हाई अथॉरिटी नाल, ठीक है जी। ਅੱਜ ਦਾ ਸੈਸ਼ਨ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਠੀਕ ਹੈ ਜੀ। ਇਹ ਸੀ ਆਪਣਾ ਸਟੈਪ ਨੰਬਰ ਦੂਜਾ। ਕੱਲ ਮੈਂ ਸਟੈਪ ਨੰਬਰ ਦੂਜੇ ਦੇ ਲੈ ਕੇ ਆਉਂਗਾ ਘੱਟੋ ਘੱਟ 5 ਕੁਐਸਚਨ ਪਹਿਲਾਂ ਤਾਂ ਸਾਹਮਣੇ। ਉਹ 5 ਕੁਐਸਚਨਾਂ ਦੇ ਜਵਾਬ ਤੁਸੀਂ ਦੇਣੇ ਹੋਣਗੇ। ਫਿਰ ਉਸ ਤੋਂ ਬਾਅਦ ਕਰਾਂਗੇ ਸਟੈਪ ਨੰਬਰ ਤੀਜਾ ਔਰ ਆਪਣਾ ਆਖਰੀ ਨਿਯਮ ਬਲੱਡ ਰਿਲੇਸ਼ਨ ਦਾ। ਥੈਂਕ ਯੂ ਜੀ, ਥੈਂਕ ਯੂ। ठीक है बच्चों, हुण बिल्कुल ही नेट जा रहा है क्योंकि रीजन बाहर बहुत तेज बारिश हो रही है। सो मिलते हैं आपां एक नवे सैशन दे विच। उदों तक लई सारिआं नूं रब राखा, धन्नवाद। गुड नाइट ऑल ऑफ यू। आ देखो ध्यान नाल, आ थल्ले एक चीज देख रही तुहानूं, देखो आ देखो ध्यान नाल, आ नैटवर्क का साइन होंदा है। ये नैटवर्क शो कर रहा है कि जे इत्थे रैड होवे दा मतलब ये है कि नैटवर्क बहुत ही ज़्यादा लो है, लोवेस्ट नैटवर्क चल रहा है, ठीक है ना। ओके गाइज, मिलते हैं एक नवे सैशन में। उदों तक लई सारिआं नूं